ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਸਵਰਗੀ ਪਿਤਾ ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ। ਜਿਹੜੀ ਸਵਰਗ 'ਚ ਮਰਜ਼ੀ ਪੂਰੀ ਹੁੰਦੀ ਉਹ ਧਰਤੀ ਉੱਤੇ ਵੀ ਹੋਵੇ। ਸਾਡੇ ਪਾਪਾਂ ਨੂੰ ਮਾਫ਼ ਕਰੋ, ਸਾਡੇ ਕਰਜ਼ਿਆਂ ਨੂੰ ਮਾਫ਼ ਕਰੋ, ਅਸੀਂ ਵੀ ਆਪਣੇ ਹਰ ਕਰਜ਼ਾਈ ਨੂੰ ਮਾਫ਼ ਕਰਦੇ ਹਾਂ। ਸਵਰਗੀ ਪਿਤਾ ਰੋਜ਼ ਦੀ ਰੋਟੀ ਸਾਨੂੰ ਅੱਜ ਦੇ, ਸਾਨੂੰ ਪਰਤਾਵੇ ਵਿੱਚ ਨਾ ਲਿਆਈ, ਸਗੋਂ ਹਰ ਬਲਾ ਤੋਂ ਬਚਾਈ। ਆਮੇਨ ਆਮੇਨ। ਹਾਲੇਲੂਇਆ ਹਾਲੇਲੂਇਆ। ਧੰਨਵਾਦ ਪਰਮੇਸ਼ਰ ਤੇਰਾ, ਧੰਨਵਾਦ ਧੰਨਵਾਦ ਪਰਮੇਸ਼ਰ ਤੇਰਾ। ਹਾਲੇਲੂਇਆ 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 ਹਾਲੇਲੂਇਆ। ਪ੍ਰਭੂ ਜੀ ਤੁਹਾਡਾ ਸ਼ੁਕਰ, ਕੋਟਾਨ ਕੋਟ ਧੰਨਵਾਦ ਕਰਦੇ ਹਾਂ ਇਸ ਮੌਕੇ ਲਈ, ਇਸ ਸਮੇਂ ਲਈ। ਇਹ ਸੁਹਾਵਣਾ ਮੌਕਾ, ਸੁਹਾਵਣਾ ਸਮਾਂ ਤੁਸੀਂ ਦਿੱਤਾ ਹੈ ਮੇਰੇ ਪਿਤਾ। ਇਸ ਮੌਕੇ ਦਾ ਲਾਹਾ ਜਿਹੜਾ ਆ ਉਹ ਤੇਰੀਆਂ ਰੂਹਾਂ ਖੱਟ ਸਕਣ। ਇਸ ਮੌਕੇ ਦਾ ਲਾਹਾ ਖੱਟ ਸਕਣ। ਇਸ ਵਿਸ਼ੇ ਉੱਤੇ ਅੱਜ ਤੁਸੀਂ ਪਿਤਾ ਜੀ ਆਪਣਾ ਬਚਨ ਦੇਣ ਜਾ ਰਹੇ ਹਾਂ, ਸੋਝੀ ਦੇਣ ਜਾ ਰਹੇ ਹਾਂ ਭੋਲਿਆਂ ਭਾਲਿਆਂ ਨੂੰ, ਆਪਣਿਆਂ ਬੱਚਿਆਂ ਨੂੰ, ਆਪਣਿਆਂ ਸ਼ਹਿਜ਼ਾਦੀਆਂ ਤੇ ਸ਼ਹਿਜ਼ਾਦਿਆਂ ਨੂੰ। ਹੇ ਮੇਰੇ ਪਿਤਾ ਤੇਰਾ ਧੰਨਵਾਦ ਕਰਦੇ ਹਾਂ। ਤੇਰੇ ਹੱਥਾਂ ਦੇ ਵਿੱਚ ਮੇਰੇ ਪਰਮੇਸ਼ਰ ਇਸ ਤੇਰੀ ਬੱਚੀ ਦਾ ਸਰੀਰ ਤੇਰੇ ਹੱਥਾਂ ਵਿੱਚ ਆ, ਤੇਰੇ ਪਵਿੱਤਰ ਖੂਨ ਦੇ ਨਾਲ ਕਵਰ ਕੀਤਾ ਹੋਇਆ ਆ। ਮੇਰੇ ਪਿਤਾ ਤੂੰ ਇਸ ਆਪਣੀ ਬੱਚੀ ਦੇ ਉੱਤੇ ਰਹਿਮਤ ਕੀਤੀ ਆ। ਤੂੰ ਸੱਚਾਈ ਨਾਲ, ਤੇਰੇ ਜਿਵੇਂ ਮੇਰੇ ਪਿਤਾ ਬਚਨ ਵਿੱਚ ਲਿਖਿਆ ਆ ਅਫਸੀਆ 6 ਵਿੱਚ ਕਿ ਪਰਮੇਸ਼ਰ ਦੇ ਯਹੋਵਾ ਦੇ ਸ਼ਸਤਰ ਬਸਤਰ ਧਾਰਨ ਕਰੋ ਤਾਂ ਕਿ ਤੁਸੀਂ ਪਰਾਕਰਮੀ ਤਕੜੇ ਹੋਵੋ, ਤਾਂ ਕਿ ਦੁਸ਼ਟ ਦੇ ਛਲ ਛਾਦਰਾਂ ਨੂੰ, ਅਗੜਵਾਣਾ ਨੂੰ ਬੁਝਾ ਸਕੋ। ਤੁਸੀਂ ਸੱਚਾਈ ਦੇ ਨਾਲ ਕਮਰ ਕੱਸ ਲਓ। ਪਿਤਾ ਤੇਰਾ ਧੰਨਵਾਦ ਕਰਦੇ ਹਾਂ, ਤੁਸੀਂ ਸਾਨੂੰ ਸੱਚਾਈ ਦੇ ਨਾਲ ਕਮਰ ਕੱਸਣ ਦੀ ਕਮਰ ਕੱਸਾ ਦਿੱਤਾ ਆ। ਧਰਮ ਦੀ ਸਾਨੂੰ ਸੰਜੋ ਪਹਿਨਾ ਦਿੱਤੀ ਆ। ਮਿਲਾਪ ਦੀ ਤੇ ਖੁਸ਼ਖਬਰੀ ਦੀ ਜੁੱਤੀ ਸਾਡੇ ਪੈਰੀਂ ਪਾ ਕੇ ਸਾਨੂੰ ਖੜੇ ਕਰ ਦਿੱਤਾ ਹੈ। ਹੇ ਪਿਤਾ ਤੇਰੇ ਬਚਨ 'ਚ ਲਿਖਿਆ ਇਹਨਾਂ ਸਭਨਾਂ ਦੇ ਸਣੇ ਨਿਸ਼ਚਾ ਦੀ ਢਾਲ ਲਾਵੋ ਤਾਂ ਕਿ ਤੁਸੀਂ ਦੁਸ਼ਟ ਦੇ ਅਗਰਵਾਣਾ ਨੂੰ ਚੰਗੀ ਤਰ੍ਹਾਂ ਬੁਝਾ ਸਕੋ। ਫਿਰ ਤੁਹਾਡੇ ਬਚਨ 'ਚ ਲਿਖਿਆ ਮੁਕਤੀ ਦਾ ਟੋਪ ਲੈ ਲਵੋ। ਸਾਨੂੰ ਕਿੱਡੀ ਵੱਡੀ ਦਾਤ ਤੁਸੀਂ ਮੁਕਤੀ ਦੇ ਦਿੱਤੀ ਆ। ਮੁਕਤੀ ਦਾ ਟੋਪ, ਮੁਕਤੀ ਦਾ ਟੋਪ ਦੇ ਕੇ ਕਿਹਾ ਹੁਣ ਆਤਮਾ ਦੀ ਤਲਵਾਰ ਵੀ ਲੈ ਲਵੋ। ਨਾਲੇ ਕਿਹਾ ਪਰਮੇਸ਼ਰ ਦੀ ਬਾਣੀ ਦੀ, ਆਤਮਾ ਦੀ ਤਲਵਾਰ, ਪਰਮੇਸ਼ਰ ਦੀ ਬਾਣੀ। ਫਿਰ ਤੁਹਾਡੇ ਬਚਨ 'ਚ ਲਿਖਿਆ ਹਰ ਵੇਲੇ ਪ੍ਰਾਰਥਨਾ ਕਰੋ, ਬੇਨਤੀਆਂ ਕਰੋ, ਜਾਗਦੇ ਰਹੋ। ਆਤਮਾ ਕਰਕੇ ਜਾਗਦੇ ਰਹੋ। ਸਰੀਰ ਨੇ ਤਾਂ ਜਾਗਣਾ ਵੀ ਆ, ਸੌਣਾ ਵੀ ਆ, ਪਰ ਆਤਮਾ ਕਰਕੇ ਜਾਗਦੇ ਰਹੋ। ਔਰ ਪਾਲੂਸ ਦੇ ਥਰੂ ਤੁਸੀਂ ਸਾਨੂੰ ਇਹ ਬਚਨ ਭੇਜਿਆ ਅਤੇ ਨਾਲੇ ਤੁਸੀਂ ਸਾਨੂੰ ਇਹ ਸੁਨੇਹਾ ਦਿੱਤਾ ਪਾਲੂਸ ਦੇ ਥਰੂ ਕਿ ਸਭ ਸੰਤਾਂ ਦੀਆਂ ਬੇਨਤੀਆਂ ਕਰੋ। ਪਲੂਸ ਕਹਿੰਦਾ ਮੇਰੀ ਵੀ ਕਰੋ। ਇਸ ਵੇਲੇ ਜਿਹਦੇ ਕੋਲੋਂ ਪਰਮੇਸ਼ਰ ਤੁਸੀਂ ਇਹ ਬੋਲ ਜਿਹਦੇ ਬੁੱਲਾਂ ਦੇ ਵਿੱਚ ਦੀ ਕੱਢ ਰਹੇ ਹਾਂ, ਇਹ ਸਾਰੀ ਬੇਨਤੀ ਹੱਥ ਜੋੜ ਕੇ ਆ ਕਿ ਜਿੰਨੇ ਸਰੋਤੇ ਸੁਣਨ, ਜਿਸ ਤਰ੍ਹਾਂ ਪਲੂਸ ਕਹਿੰਦਾ ਬੇਨਤੀ ਕਰੋ ਮੇਰੀ ਵੀ, ਇਸੇ ਤਰ੍ਹਾਂ ਇਹ ਪਰਮੇਸ਼ਰ ਦੀ ਬੱਚੀ ਵੀ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਜਿੰਨੀਆਂ ਰੂਹਾਂ ਇਹਨੂੰ ਸੁਣਨ, ਕਿ ਇਹਨੂੰ ਸੁਣਨ ਵਾਲੀਆਂ ਰੂਹਾਂ ਇਸ ਬੱਚੀ ਦੀ ਵੀ ਬੇਨਤੀ ਕਰਨ ਕਿ ਵੱਧ ਤੋਂ ਵੱਧ ਪਰਮੇਸ਼ਰ ਦੇ ਪਿੱਛੇ ਪਿੱਛੇ ਚੱਲ ਸਕਾਂ। ਜਿੰਨਾ ਚੱਲ ਹੁੰਦਾ ਥੋੜ੍ਹਾ ਹੀ ਥੋੜ੍ਹਾ ਆ। ਇਹ ਬੇਨਤੀ ਇਹ ਮੇਰੀ ਬਿਨੈ ਸਭ ਦੇ ਸਰੋਤਿਆਂ ਦੇ ਚਰਨਾਂ ਦੇ ਵਿੱਚ ਪਰਮੇਸ਼ਰ ਦੇ ਬਚਨ ਅਨੁਸਾਰ ਮੈਂ ਦਿਆਂ, ਤੁਸੀਂ ਜ਼ਰੂਰ ਸਵੀਕਾਰ ਕਰੋਗੇ।
परमेश्वर ने ये अपने ते सारिਆਂ उत्ते दया कीती आ, बहुत वड्डी दया कीती। पिता मेरे विच कोई भी गुण है नहीं, ना कोई मेरा कर्म चंगा ते ना कोई मेरे च गुण चंगा। सब गुण तेरे, सब चंगे कम तेरे। मैं घटा ते तू वधे। पिता तू दया कीती आ, तुस रूड़ी तो चुक के इस बच्ची नूं पतवंते सज्जणा च बिठाता आ। मेरी जबान एक ही गल ते तो वार वार मंगदी है पिता, रोम रोम नूं करोड़ां जीभां लग जाण, तेरा धन्नवाद करदियां ਉਹ जीभां थकण ना, फिर भी धन्नवाद करना तेरा थोड़ा ही आ, बहुत थोड़ा। एक जीभ कुछ नहीं कर सकती। एक रोम 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 नूं, जिन्नी शरीर 'ਚ रोम आ ਜਿਹੜੇ ਗਿਣੇ ਨਹੀਂ ਜਾਂਦੇ, ਉਹਨੂੰ ਇੱਕ ਇੱਕ ਰੋਮ ਨੂੰ ਕਰੋੜਾਂ ਜੀਭਾਂ ਲਾ ਦੇ ਤੇ ਤੇਰਾ ਧੰਨਵਾਦ ਕਰਾਂ, ਤੇ ਫਿਰ ਵੀ ਉਹ ਥੋੜਾ ਆ। ਇਹ ਪਿਤਾ ਉਹ ਫਿਰ ਵੀ ਥੋੜਾ ਹੈ। ਸੋ ਸਰੋਤੇ ਜਨੋ, ਮੇਰੀ ਬੇਨਤੀ ਆ ਕਿ ਜਿੱਦਾਂ ਪੌਲੁਸ ਕਹਿੰਦਾ ਆ, ਮੇਰੇ ਲਈ ਵੀ ਬੇਨਤੀ ਕਰੋ, ਔਰ ਸਭ ਦਾਸਾਂ ਲਈ, ਸਭ ਸੰਤਾਂ ਲਈ ਬੇਨਤੀ ਕਰੋ। ਜਿੰਨੇ ਪ੍ਰਭੂ ਦੇ ਦਾਸ ਆ, ਜਿੰਨੇ एवेंजल आ, जिन्ने भी नाम लिवाया, चाहे कोई नॉर्मल, चाहे कोई पास्टर, चाहे कोई विश्व, चाहे कोई कुछ अपने आप नूं नां च बुलाउंदा आ, सब दी बेनती करो। सब दी बेनती जदों इस तरह दियां उन्हां दियां रूहां परमेश्वर सब दियां करदे कि जदों बोलण खुशखबरी दे भेदां नूं खोलण, सच्चाई नूं बोलण, सच नूं प्रगट करन कि असली परमेश्वर दे बचन सानू किस तरह तोरदे आ ते की कहंदे आ, साडा की फर्ज है ते असी की गल करनी है, ते असी की समझौता सांझीवालता दियां विचार वटांदरे परमेश्वर दे नाम च परमेश्वर दियां रूहां दे नाल बैठ के किद्दां दे करने आ। ਉਹ परमेश्वर किहਨਾਂ उत्ते खुश हुंदा, किहड़े विचार वटांदरियां उत्ते खुश हुंदा आ, ਉਹ ਕਿਹੜੀਆਂ ਗੱਲਾਂ ਨੂੰ ਤੇ ਕਿਹੜੀਆਂ ਉਹ ਸਮਝੌਤੇ ਦੀਆਂ ਗੱਲਾਂ ਕਿਹੜੀਆਂ ਨੂੰ ਉਹ ਪਸੰਦ ਕਰਦਾ ਆ। ਇਸ ਕਰਕੇ हे ਮੇਰੇ ਪਿਤਾ, ਤੇਰੇ ਪਵਿੱਤਰ ਖੂਨ 'ਚ ਆਪਣੀ ਬੱਚੀ ਨੂੰ ਤੂੰ ਕਵਰ ਕੀਤਾ ਆ, ਤੇ ਬੁੱਲਾਂ ਉੱਤੇ ਜੋਧੇ ਦੂਤਾਂ ਦੇ ਪਹਿਰੇ ਬਿਠਾਏ ਆ। ਲੱਖਾਂ ਲੱਖਾਂ ਦੂਤ ਤੂੰ ਸਾਡੀ ਰਾਖੀ ਲਈ ਹਰ ਵੇਲੇ ਘੱਲਦਾ ਆ। ਪਿਤਾ ਤੇਰਾ ਇਹ ਬਚਨ ਜਿੱਦਾਂ ਤੂੰ ਮੈਨੂੰ ਬੁਲਾਵੇਂ, ਇਹ ਬੱਚੀ ਨੂੰ ਉੱਦਾਂ ਹੀ ਇਹ ਬੋਲੇ। ਜੋ ਮੈਂ ਤੂੰ ਪ੍ਰਭੂ ਬੁਲਾਵੇ ਮੈਂ ਉਹੀ ਬੋਲਾਂ। ਮੈਂ ਆਪਣੀ ਖੁਸ਼ਾਮਦ ਲਈ, ਆਪਣੇ ਲਾਲਚ ਲਈ, ਆਪਣੀ ਚਲਾਕੀ ਨਾਲ ਕੁਛ ਨਾ ਬੋਲਾਂ। ਮੇਰੇ ਤੇ ਇਹ ਦਇਆ ਕਰੀ ਪਿਤਾ, ਇਹ ਦਇਆ ਕਰੀ। ਮੈਂ ਇਹ ਮੰਗ ਕਰਦੀ ਹਾਂ ਪ੍ਰਭੂ ਯਿਸੂ ਪਿਤਾ, हे ਮੇਰੇ ਪਰਮੇਸ਼ਰ, ਤੇਰਾ ਪਿਆਰਾ ਪੁੱਤਰ ਇਕਲੌਤਾ ਬੇਟਾ ਯਿਸੂ ਨਾਸਰੀ, ਸਾਡਾ ਮੁਕਤੀਦਾਤਾ, ਸਾਡਾ ਜੀਵਨ ਦਾਤਾ, ਸਾਡਾ ਆਧਾਰ ਕਰਤਾ, ਮੈਂ ਯਿਸੂ ਨਾਸਰੀ ਦੇ ਨਾਮ 'ਚ ਇਹ ਹਿੰਮਤ, ਇਹ ਬੋਲ ਸੱਚੇ ਤੇ ਸੁੱਚੇ ਮੰਗਦੀ ਹਾਂ। ਤੇ ਪਿਤਾ ਇਹਨਾਂ ਨੂੰ ਮੈਂ ਪਾ ਲੈਂਦੀ ਹਾਂ, ਇਹਨੂੰ ਮੈਂ ਸੇਵਾ ਦੇ ਵਿੱਚ ਭੇਟ ਕਰਨ ਵੀ ਨਾਲ ਜਾ ਰਹੀ ਹਾਂ। ਜਿੱਦਾਂ ਤੂੰ ਮੈਨੂੰ ਸਿਖਾਵੇਂ ਤੇ ਤੇਰੇ ਟੋਕਰੇ ਦਿੱਤੇ ਹੋਏ ਇਹਨਾਂ ਨੂੰ ਮੈਂ ਸੋਹਣੇ ਤਰੀਕੇ ਦੇ ਨਾਲ ਤੇਰਾ ਦਿੱਤਾ ਹੋਇਆ ਭੋਜਨ ਜਿਹੜਾ ਆ, ਸੁਚੱਜੀ ਪਤਨੀ ਦੀ ਤਰ੍ਹਾਂ, ਸੁਚੱਜੀ ਮਾਂ ਦੀ ਤਰ੍ਹਾਂ ਇਹਨੂੰ ਮੈਂ ਭੋਜਨ ਨੂੰ ਵੰਡ ਕੇ ਤਿਆਰ ਕਰਕੇ ਵੰਡ ਸਕਾਂ, ਜਿਹੜਾ ਹਰ ਇੱਕ ਨੂੰ ਇਹ ਸਵਾਦਲਾ ਲੱਗੇ, ਹਰ ਇੱਕ ਨੂੰ ਇਹ ਪਚੇ, ਹਰ ਇੱਕ ਦਾ ਇਹਨੂੰ ਇਹ ਜਦੋਂ ਭੋਜਨ ਖਾਣ ਤਾਂ ਤਾਕਤ ਨਾਲ ਭਰ ਜਾਣ। ਉਹ ਗਾਂ ਭੋਜਨ ਬਣਾਉਣਾ ਉਹਨਾਂ ਨੂੰ ਵੀ ਆ ਜਾਵੇ, ਉਹ ਗਾਂ ਵੀ ਵੰਡਣ। ਇਹ ਮੇਰੀ ਮੰਗ ਆ ਪਿਤਾ। ਉਹ ਇੰਨੇ ਜੋਗੇ ਨਾ ਰਹਿਣ ਕਿ ਬੀਬੀ ਕੋਲੋਂ ਹਰਭਜਨ ਕੌਰ ਕਰਦੀ ਆ ਤੇ ਅਸੀਂ ਉਹਨੂੰ ਸੁਣਨਾ ਆ, ਅਸੀਂ ਉਹਨੂੰ ਸੁਣਨਾ। ਉਹ ਇੰਨੇ ਜੋਗੇ ਨਾ ਰਹਿਣ, ਉਹ ਖੁਦ ਬਣਾਉਣ, ਉਹ ਖੁਦ ਵੰਡਣ। ਇਹ ਮੇਰੀ ਮੰਗ ਆ ਪਿਤਾ। ਦੋਨੋਂ ਹੱਥ ਜੋੜ ਕੇ ਰੋਮ ਰੋਮ ਦੇ ਵਿੱਚੋਂ ਮੇਰੀ ਇਹ ਮੰਗ ਆ ਕਿ ਸੁਣਨ ਲਈ ਤਾਂ ਹੀ ਫਾਇਦਾ ਆ ਜੇ ਤੁਸੀਂ ਸੁਣ ਕੇ ਸਟੱਡੀ ਕਰੋ।
ਸੁਣ ਕੇ ਜਿਹਨੂੰ ਤੁਸੀਂ ਸੁਣ ਰਹੇ ਹੋ, ਤੁਸੀਂ ਵੀ ਉਸੇ ਤਰ੍ਹਾਂ ਦੇ ਟੀਚਰ ਬਣ ਕੇ ਉਤੋਂ ਵਾਧੂ। ਦੇਖੋ, ਇੱਕ ਪ੍ਰਾਇਮਰੀ ਸਕੂਲ ਦਾ, ਛੋਟੇ ਸਕੂਲ ਦਾ ਟੀਚਰ ਆ, ਬੱਚਿਆਂ ਨੂੰ 5ਵੀਂ ਕਲਾਸ ਤੱਕ ਪੜ੍ਹਾਉਂਦਾ ਆ, ਪਰ ਬੱਚੇ ਵੱਡੇ ਸਕੂਲ 'ਚ ਜਾਂਦੇ ਆ, ਹੋਰ ਸਟੱਡੀ ਕਰਦੇ ਆ, ਯੂਨੀਵਰਸਿਟੀ ਜਾਂਦੇ ਆ, ਕਾਲਜ ਜਾਂਦੇ ਆ, ਹੋਰ ਸਟੱਡੀ ਕਰਦੇ, ਉੱਥੇ ਉਹਨਾਂ ਦਾ ਹੋਰ ਟੀਚਰ, ਉੱਥੇ ਉਹਨਾਂ ਦਾ ਹੋਰ ਟੀਚਰ, ਉੱਥੇ ਦੀ ਹੋਰ ਸਟੱਡੀ। ਇਸ ਕਰਕੇ ਇੱਕ ਨਿੱਕਾ ਬੱਚਿਆਂ ਨੂੰ ਪੜ੍ਹਾਉਣ ਵਾਲਾ ਪਿਤਾ, ਇਹ ਤੇਰਾ ਬੱਚਾ ਆ, ਅਤੇ ਜਿਹੜੇ ਬੱਚੇ ਇਹਨਾਂ ਬਚਨਾਂ ਨੂੰ ਸੁਣਨ, ਮੇਰੇ ਪਿਤਾ, ਉਹ ਵੱਡੇ ਸਕੂਲ ਵਾਲੀ ਪੜ੍ਹਾਈ ਵੀ ਕਰਨ, ਇਸ ਤੋਂ ਅੱਗੋਂ ਦੀ, ਇਸ ਤੋਂ ਹੋਰ ਪੜ੍ਹਾਈ ਜੋ ਉਹਨਾਂ ਨੂੰ ਦਿੱਤੀ ਜਾਵੇ, ਇਸ ਤੋਂ ਹਜ਼ਾਰਾਂ ਗੁਣਾ ਵੱਧ ਕਰਨ, ਹਜ਼ਾਰਾਂ ਗੁਣਾ ਵੱਧ ਕਰਨ, ਤਾਂ ਕਿ ਫਿਰ ਮੈਨੂੰ ਖੁਸ਼ੀ ਹੋਵੇ। ਜਿਹੜਾ ਬਚਪਨ 'ਚ ਟੀਚਰ ਪੜ੍ਹਾਉਂਦਾ ਆ ਨਾ, ਉਹਦਾ ਸਤਿਕਾਰ, ਭਾਵੇਂ ਬੱਚਾ ਡਾਕਟਰ, ਇੰਜੀਨੀਅਰ ਕੁਛ ਬਣ ਜਾਵੇ, ਪਰ ਆਪਣੇ ਪਹਿਲੇ ਟੀਚਰ ਦਾ ਪਿਆਰ ਜ਼ਰੂਰ ਰੱਖਦਾ ਹੈ, ਭਾਵੇਂ ਉਹਨੇ ਊੜਾ ਐੜਾ ਹੀ ਪੜ੍ਹਾਇਆ ਸੀ। ਇਸ ਕਰਕੇ ਪਿਤਾ, ਤੁਸੀਂ ਮੈਨੂੰ ਛੋਟੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਬਿਠਾ ਲਿਆ ਆ। ਮੈਂ ਧੰਨਵਾਦ ਕਰਦੀ ਪਿਤਾ, ਮੈਨੂੰ ਰੂੜੀ ਤੋਂ ਚੁੱਕ ਕੇ ਪਤਵੰਤੇ ਸੱਜਣਾ 'ਚ ਬਿਠਾ ਲਿਆ। ਮੇਰੇ ਕੋਲ ਲਫ਼ਜ਼ ਨਹੀਂ ਧੰਨਵਾਦ ਕਰਨ ਦੇ, ਜਿਨ੍ਹਾਂ ਨਾਲ ਮੈਂ ਥੋੜ੍ਹਾ ਆ, ਜਿੰਨਾ ਕਰਾਂ ਥੋੜ੍ਹਾ ਆ ਪਿਤਾ। ਪਰ ਇਹ ਬੱਚੇ ਪੜ੍ਹਨ, ਜਿੰਨੇ ਵੀ ਸੁਣਨ, ਸੁਖੀ ਹੋ ਜਾਣ, ਇੰਨੀਆਂ ਇਸ ਬਚਨਾਂ ਤੋਂ ਕਮਾਈਆਂ ਕਰਨ ਆਤਮਾ ਦੇ ਨਾਲ, ਆਪਣੀ ਦੇ ਨਾਲ, ਕਿ ਜਿਵੇਂ ਇੱਕ ਬੱਚਾ ਪਹਿਲਾਂ ਸਕੂਲ 'ਚ ਪੜ੍ਹ ਕੇ ਫਿਰ ਵੱਡੇ ਸਕੂਲ 'ਚ ਜਾਂਦਾ ਆ, ਫਿਰ ਕਾਲਜ, ਯੂਨੀਵਰਸਿਟੀ, ਫਿਰ ਉਹ ਕੋਈ ਡਿਗਰੀ ਪ੍ਰਾਪਤ ਕਰਦਾ, ਫਿਰ ਬਹੁਤ ਧਨ ਕਮਾਉਂਦਾ ਆ, ਫਿਰ ਆਪਣੇ ਪਰਿਵਾਰ ਨੂੰ ਸੋਹਣੇ ਘਰ, ਸੋਹਣਾ ਗੱਡੀਆਂ, ਸੋਹਣਾ ਸਾਰਾ ਕੁਛ ਲੈਂਦਾ ਹੈ। ਇਹ ਬਚਨ ਜਿਹੜੇ ਆ, ਆਪਾਂ ਅੰਦਰ ਦਾ ਧਨ ਇਕੱਠਾ ਕਰਨ ਲੱਗੇ ਭਾਈ। ਉਹ ਬਾਹਰ ਦਾ ਧਨ ਲੈਣ ਲਈ, ਇਕੱਠਾ ਕਰਨ ਦੇ ਲਈ, ਬਾਹਰ ਦੀਆਂ ਪੜ੍ਹਾਈਆਂ ਅਤੇ ਬਾਹਰ ਦੀਆਂ ਯੂਨੀਵਰਸਿਟੀਆਂ ਅਤੇ ਬਾਹਰ ਦਾ ਧਨ ਇਕੱਠਾ ਕਰ ਸਕਾਂਗੇ, ਜਿਹੜਾ ਇੱਥੇ ਹੀ ਰਹਿ ਜਾਣਾ ਹੈ, ਨਾਲ ਕੁਛ ਨਹੀਂ ਜਾਣਾ। ਮਿੱਟੀ 'ਚੋਂ ਆਇਆ ਅਤੇ ਮਿੱਟੀ ਵਿੱਚ ਖਪ ਜਾਣਾ। ਚਾਹੇ ਤੂੰ ਕਰੋੜਾਂ ਪਤੀ, ਚਾਹੇ ਤੂੰ ਲੱਖਾਂ ਪਤੀ, ਚਾਹੇ ਤੇਰਾ ਗੁਜ਼ਾਰਾ ਹੁੰਦਾ, ਮਿੱਟੀ ਉਹ ਸੇਮ ਹੀ ਮਿਲਣੀ ਆ, ਸੇਮ ਹੀ ਮਿੱਟੀ 'ਚ ਤੂੰ ਦੱਬਿਆ ਜਾਣਾ ਆ। ਉਹ ਮਿੱਟੀ ਕੋਈ ਡਿਫਰੈਂਸ ਨਹੀਂ ਹੋਣੀ, ਅੱਗ ਸੇਮ ਹੀ ਲੱਗਣੀ ਆ। ਜੇ ਕੋਈ ਜਲ ਪ੍ਰਵਾਹ ਕਰਦਾ ਤੇ ਜਲ ਉਹੋ ਹੀ ਹੋਣਾ ਆ, ਸਾਂਝਾ ਹੀ। ਤੈਨੂੰ ਉਸੇ ਪੰਗਤ 'ਚ ਹੀ ਬਹਿਣਾ ਪੈਣਾ ਆ ਜਿਹਨੂੰ ਤੂੰ ਨੱਕ ਥੱਲੇ ਨਹੀਂ ਲਿਆਉਂਦਾ, ਆਪਣੇ ਆਪ ਨੂੰ ਵੱਡਾ ਸਮਝਦਾ ਆ, ਆਪਣੇ ਆਪ ਨੂੰ ਬਹੁਤ ਵੱਡਾ ਬਣ ਗਿਆ ਸਮਝਦਾ ਆ। ਅਤੇ ਪਰਮੇਸ਼ਰ ਇਹ ਬੱਚਿਆਂ ਲਈ ਬੇਨਤੀ ਆ, ਮੇਰੇ ਕੋਲ ਅਰਦਾਸ ਆ ਇਸ ਸਰੀਰ ਦੇ ਰੋਮ ਰੋਮ ਦੇ ਵਿੱਚੋਂ, ਕਿ ਪਿਤਾ, ਜਿੱਦਾਂ ਬੱਚੇ ਪੜ੍ਹ ਕੇ ਸਕੂਲ, ਵੱਡੇ ਸਕੂਲ, ਕਾਲਜ, ਯੂਨੀਵਰਸਿਟੀ ਪੜ੍ਹ ਕੇ ਚੰਗੀਆਂ ਅਹੁਦਿਆਂ 'ਤੇ ਲੱਗਦੇ ਆ, ਸੋਹਣੀ ਕਮਾਈ ਕਰਦੇ ਆ, ਐਸ ਪਵਿੱਤਰ ਆਤਮਾ ਦੇ ਦੁਆਰਾ ਤੇਰੇ ਬਚਨ ਦੀ ਪੜ੍ਹਾਈ, ਇਹਨਾਂ ਬਚਨਾਂ ਨੂੰ ਸੁਣ ਕੇ ਬੱਚੇ ਇੱਦਾਂ ਦੀ ਪੜ੍ਹਾਈ ਕਰ ਜਾਣ ਕਿ ਹਰ ਇੱਕ ਦੁਖਿਆਰਾ ਇੰਨਾ ਸੁਖੀ ਹੋ ਜਾਵੇ, ਇੰਨਾ ਸੁਖੀ ਹੋ ਜਾਵੇ ਕਿ ਜਿੱਦਾਂ ਯੂਨੀਵਰਸਿਟੀ 'ਚੋਂ ਨਿਕਲ ਕੇ ਬੱਚਾ ਚੰਗੀ ਤਕੜੀ ਜੋਬ 'ਤੇ ਲੱਗ ਕੇ ਔਰ ਆਪਣੇ ਸਾਰੇ ਪਰਿਵਾਰ ਨੂੰ ਸੋਹਣੇ ਘਰ, ਸੋਹਣੀਆਂ ਗੱਡੀਆਂ, ਸਾਰਾ ਕੁਛ ਲੈ ਕੇ ਦਿੰਦਾ। ਇਸੇ ਤਰ੍ਹਾਂ ਹੀ ਉਹ ਵੀ ਆਪਣੇ ਪਰਿਵਾਰਾਂ ਨੂੰ ਤਾਰਨ, ਕਿਉਂਕਿ ਠੰਡ ਕਾਹਦੇ ਨਾਲ ਪੈਣੀ ਆ, ਬਹੁਤੇ ਧਨ ਨਾਲ ਤਾਂ ਨਹੀਂ ਪੈ ਜਾਣੀ। ਲਿਖਿਆ ਨਾ ਗੁਰਬਾਣੀ ਵਿੱਚ ਵੀ, ਕਿਉਂਕਿ ਮੈਨੂੰ ਗੁਰਬਾਣੀ ਦਾ, ਮੈਂ ਅਜੇ ਬਹੁਤ ਹੀ ਥੋੜ੍ਹੀ ਦੇਰ ਤੋਂ ਪ੍ਰਭੂ ਦੇ ਨਾਂ ਨੂੰ ਮੈਂ ਜਾਣਿਆ ਆ, ਔਰ ਗੁਰਬਾਣੀ ਬਾਰੇ ਇੱਕਦਮ ਮੇਰੇ ਦਿਲ ਦਿਮਾਗ ਦੇ ਵਿੱਚ ਉਹ ਛਾਈ ਹੋਈ ਆ, ਕਿਉਂਕਿ ਮੈਂ ਸਤਿਕਾਰ ਕਰਦੀ ਹਾਂ ਗੁਰਬਾਣੀ ਦਾ। ਗੁਰਬਾਣੀ ਕਿਸੇ ਨੂੰ ਰੋਂਗ ਨਹੀਂ ਪਹੁੰਚਾਉਂਦੀ, ਉਹ ਸਾਨੂੰ ਸੱਚ ਦੱਸਦੀ ਆ। ਅਤੇ ਪਰ ਪਰਮੇਸ਼ਰ ਦਾ ਬਚਨ ਜਿਹੜਾ ਆ, ਉਹ ਸਾਡੇ ਪਾਪਾਂ ਨੂੰ ਧੋਂਦਾ ਆ। ਗੁਰਬਾਣੀ ਸਾਨੂੰ ਰਾਹ ਜ਼ਰੂਰ ਦੱਸਦੀ ਆ, ਪਰ ਪਰਮੇਸ਼ਰ ਦਾ ਬਚਨ ਜਿਹੜਾ, ਉਹ ਘਰ ਆ, ਜਿੱਥੇ ਅਸੀਂ ਪਹੁੰਚਣਾ ਆ। ਇਹ ਰਾਹ ਵੀ ਦੱਸਦਾ ਆ ਔਰ ਘਰ ਵੀ ਆ।
पर मैं इस तरह मैनू याद आ गया जिस तरह कि जिसके पल्ले धन वसे तिनका नाओ पखीर जिनके हिरदे तू बसे ते नर गुड़ी हीर। तो प्रभु ने भी कहा दुनिया ते धन ना जोड़ो, जिन्हों कीड़ा लग जाना, जिहड़ा पिया रह जाना, ਉਹ ਧਨ ਜੋੜੋ ਜਿਹੜਾ ਤੁਹਾਡੇ ਨਾਲ ਜਾਣਾ। ਪਰ ਉਹ ਧਨ ਵੀ ਤਾਂ ਜੋੜਨਾ ਜੇ ਜੋੜ ਕੇ ਨਿਮਾਣਾ ਰਿਹਾ ਤਾਂ, ਨਹੀਂ ਤਾਂ ਉਹ ਵੀ ਹੰਕਾਰ ਨੇ ਖਾ ਜਾਣਾ, ਉਹ ਵੀ ਜਲਸ ਨੇ ਖਾ ਜਾਣਾ। ਬਚਿਓ, ਬੜੀ ਡੂੰਘਾਈ ਵਾਲੀ ਇਹ ਗੱਲ ਆ। ਇਹਨੂੰ ਕਿਤੇ ਜਿਹੜਾ ਕੋਈ ਪਰਮੇਸ਼ਰ ਦੀ ਮਿਹਰ ਹੋ ਜਾਏ ਨਾ, ਸਮਝ ਜਾਵੇ, ਦਇਆ ਹੋ ਜਾਵੇ ਜਿਹਦੇ ਤੇ, ਝੁਕ ਜਾਵੇ, ਇਸ ਫਲ ਨੂੰ ਲੈ ਕੇ ਝੁਕ ਜਾਵੇ। ਇੱਦਾਂ ਨਾ ਹੋਵੇ ਕਿ ਫਲ ਤੱਕ ਲੱਗੇ ਦਰਖਤ ਨੂੰ ਪਰ ਹਨੇਰੀ ਆਵੇ ਤਾਂ ਸਾਰਾ ਹੀ ਝੜ ਜਾਵੇ, ਹਨੇਰੀ ਆਵੇ ਸਾਰਾ ਹੀ ਝੜ ਜਾਵੇ। ਸ਼ੈਤਾਨ ਆਵੇ ਤੇ ਹਲੂਣਾ ਦੇਵੇ, ਚੱਲ ਮੇਰਾ ਭਾਈ ਹੰਕਾਰ ਦਾ। ਸ਼ੈਤਾਨ ਆਵੇ ਤੇ ਹਲੂਣਾ ਦੇਵੇ ਜਲਸ ਦਾ। ਸ਼ੈਤਾਨ ਆਵੇ ਤੇ ਹਲੂਣਾ ਦੇਵੇ ਮੈਂ ਦਾ, ਤੇ ਲੱਗਾ ਤਸੀਂ ਫਲ। ਕੰਮ ਤਾਂ ਸੋਹਣੇ ਕਰਨ ਲੱਗ ਪਿਆ ਸੀਗਾ ਪਰ ਫਲ ਬਹੁਤ ਭਰਿਆ ਸੀ, ਪਰ ਸ਼ੈਤਾਨ ਨੇ ਹਲੂਣਾ ਦਿੱਤਾ, ਉਹਦੇ ਜੋਗਾ ਰਿਹਾ ਨਹੀਂ। ਉਹਨਾਂ ਫਲ ਉਹ ਨਹੀਂ ਲੈ ਸਕਿਆ ਦਰਖਤ ਤੋਂ ਜਿੰਨਾ ਲੈਣਾ ਚਾਹੀਦਾ ਸੀ। ਤੇ ਪਰਮੇਸ਼ਰ ਤੇਰੀਆਂ ਰੂਹਾਂ ਇਸੇ ਤਰ੍ਹਾਂ ਹੀ ਇਸ ਪੜ੍ਹਾਈ ਨੂੰ ਜਿਹੜੀ ਹੁਣ ਆਪਾਂ ਕਰਨ ਜਾ ਰਹੇ, ਕਰਵਾਉਣ ਜਾ ਰਹੇ ਤੁਸੀਂ, ਅਸੀਂ ਫਲ ਲਈਏ ਤੋਂ ਮੇਰੇ ਪਰਮੇਸ਼ਰ। ਇਹ ਤੇਰਾ ਬੱਚਾ ਸਰੋਤਿਆਂ ਦੀ ਤਰ੍ਹਾਂ ਸੁਣੇ, ਆਪਣੇ ਕੰਨਾਂ ਨੂੰ ਕਟੋਰੇ ਬਣਾ ਕੇ, ਕੰਨਾਂ ਨੂੰ ਜਿਵੇਂ ਸਰੋਤਿਆਂ ਨੇ ਸੁਣਨਾ ਇਹ ਵੀ ਸੁਣੇ, ਕਿਸੇ ਨੂੰ ਨਾ ਸੁਣਾਵੇ, ਆਪ ਵੀ ਸੁਣੇ। ਅਸਲੀਅਤ ਇਹੋ ਆ। ਤੇ ਜਦੋਂ ਆਪ ਸੁਣੇ ਨਾ, ਬੋਲਾਰਾ ਆਪਣੀ ਗੱਲ ਨੂੰ ਸੁਣੇ ਪਈ, ਅੰਦਰ ਮੇਰੇ ਵੀ ਜਾ ਰਹੀ ਕਿ ਮੈਂ ਦੂਜਿਆਂ ਨੂੰ ਉਂਗਲਾਂ ਕਰੀ ਜਾ ਰਿਹਾ, ਤੂੰ ਇੱਦਾਂ ਕਰ, ਤੂੰ ਇੱਦਾਂ ਕਰ, ਤੂੰ ਇੱਦਾਂ ਕਰ। ਦੱਸਣ ਵਾਲਿਆ ਤੂੰ ਵੀ ਕਰਦਾ ਕਿ ਨਹੀਂ ਕਰਦਾ, ਫਿਰ ਕੋਈ ਗੱਲ ਹੋ ਰਹੀ ਹੁੰਦੀ। ਇਸ ਕਰਕੇ ਇਹ ਪਰਮੇਸ਼ਰ ਨੇ ਬਹੁਤ ਹੀ ਵੱਡੀ ਮਿਹਰ ਕੀਤੀ ਆ ਪਿਆਰਿਓ। ਪਰਮੇਸ਼ਰ ਦਿਓ ਪਿਆਰੇ ਬੱਚਿਓ, ਆਪਣੇ ਦੁੱਖ ਨੂੰ ਮਿਟਾਉਣ ਦੇ ਲਈ ਇਸ ਵਿਸ਼ੇ ਨੂੰ ਆਪਾਂ ਤਿਆਰ ਪਰਮੇਸ਼ਰ ਨੇ ਕਰਾਇਆ, ਸ਼ੁਰੂਆਤ ਕਰ ਦਿੱਤੀ ਅੱਜ ਆਪਾਂ ਇਹਦੀ। ਹੌਲੀ ਹੌਲੀ ਆਸਤੇ ਆਸਤੇ ਇਹ ਸਟਾਰਟਿੰਗ ਅੱਜ ਹੋ ਗਿਆ ਆ। ਤਾਂ ਇਹ ਸਮਝੌਤਾ ਜਿਹੜਾ ਪਰਮੇਸ਼ਰ ਆਪਾਂ ਨੂੰ ਕਰੀ ਜਾਣਗੇ ਤੇ ਆਪਾਂ ਉਹਨਾਂ ਰਾਹਾਂ 'ਤੇ ਕਦਮ ਰੱਖਣੇ ਆ ਕਿ ਅਸੀਂ ਇਹਨਾਂ ਆਪਣੇ ਹਾਲਾਤਾਂ ਦੇ ਵਿੱਚੋਂ ਅਸੀਂ ਪ੍ਰਭੂ ਵਿੱਚ ਆ ਗਏ ਹਾਂ, ਅਸੀਂ ਪ੍ਰਭੂ ਕਰਦੇ ਹਾਂ, ਅਸੀਂ ਬਚਨ ਪੜ੍ਹਦੇ ਹਾਂ, ਅਸੀਂ ਦਸਵੰਧ ਕੱਢਦੇ ਹਾਂ, ਅਸੀਂ ਸਤਸੰਗ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਪਰ ਗੱਲ ਫੇਰ ਵੀ ਨਹੀਂ ਬਣਦੀ, ਦੁਖੀ ਫੇਰ ਵੀ ਹਾਂ। ਕਾਰਨ ਕੀ ਆ? ਕਾਰਨ ਇਹਦੇ ਪਿੱਛੇ ਜਿਹੜਾ ਬੰਦਾ ਹਰ ਪਰਮੇਸ਼ਰ ਦੇ ਕਹੇ ਅਨੁਸਾਰ ਕੰਮ ਕਰਦਾ ਆ ਤੇ ਫਿਰ ਵੀ ਦੁਖੀ ਆ, ਨਹੀਂ ਹੋ ਸਕਦਾ ਦੁਖੀ ਉਹ, ਕਿਉਂਕਿ ਕੋਈ ਕਾਰਨ ਜਿਹੜੇ ਆ, ਜਿਸ ਤਰ੍ਹਾਂ ਨਾ ਸਬਜ਼ੀ ਬਣਾਉਣ ਦਾ ਢੰਗ, ਅਕਲ ਵਾਲੀ ਬੀਬੀ ਸਬਜ਼ੀ ਦਾਲ ਬਣਾਉਂਦੀ ਆ ਤੇ ਉਹ ਸਾਰਿਆਂ ਨੂੰ ਸਵਾਦ ਲੱਗਦੀ ਹੈ। ਜਿੱਥੇ ਇੱਕ ਰੋਟੀ ਖਾਣੀ ਉੱਥੇ 2-2 3-3 ਖਾ ਜਾਂਦਾ। ਤੇ ਜਿਹਨੂੰ ਨਹੀਂ ਬਣਾਉਣੀ ਆਉਂਦੀ, ਉਹਨੇ 2 ਰੋਟੀਆਂ ਦੀ ਭੁੱਖ ਤਿੰਨਾਂ ਦੀ, ਉਹ ਇੱਕ ਹੀ ਖਾ ਕੇ ਕਹਿੰਦਾ ਠੀਕ ਆ। ਇਸੇ ਤਰ੍ਹਾਂ ਹੀ ਇਹ ਸਵਾਦਲਾ ਭੋਜਨ ਆ ਪਰਮੇਸ਼ਰ ਦਾ, ਇੱਡਾ ਸਵਾਦਲਾ ਭੋਜਨ ਆ ਵੀ ਆਪਾਂ ਨੂੰ ਇਹਨੂੰ ਬਣਾਉਣ ਦਾ ਢੰਗ ਕੌਣ ਦੱਸਦਾ ਆ? ਪਰਮੇਸ਼ਰ ਆਪ। ਪਰਮੇਸ਼ਰ ਆਪ ਦੱਸਦਾ ਆ। ਕਾਰਨ ਕੀ ਆ? ਸਮਥਿੰਗ ਰੋਂਗ ਆ, ਸਮਥਿੰਗ ਕੋਈ ਮਿਸਿੰਗ ਹੁੰਦੀ ਸਾਡੇ ਕੋਲੋਂ। ਸਾਡੇ ਉੱਤੇ ਜਿਹੜੇ ਕਰਸ ਪਏ ਹੋਏ ਆ, ਸਰਾਫ ਆ, ਉਹ ਨਹੀਂ ਲੱਥੇ। ਉਹ ਲੱਥੇ ਨਹੀਂ ਜਿਹੜੇ ਸਾਡੇ ਵੱਡੇ ਵਡੇਰਿਆਂ ਦੇ ਆ। ਔਰ ਅਸੀਂ ਉੱਪਰੋਂ ਆਪ ਖੁਦ ਵੀ ਨਹੀਂ ਸਮਝਦੇ, ਅਸੀਂ ਖੁਦ ਹੋਰ ਚੜਾਈ ਜਾਂਦੇ ਹਾਂ। ਇਹ ਬੜੀਆਂ ਡੂੰਘੀਆਂ ਗੱਲਾਂ ਆ, ਬਹੁਤ ਹੀ ਡੂੰਘਾਈ ਵਾਲੀਆਂ। ਅਸੀਂ ਕਿੱਦਾਂ ਰੋਜ਼ ਚੜਾਉਂਦੇ ਹਾਂ ਆਪਣੇ ਆਪ 'ਤੇ, ਕਿੱਦਾਂ ਸਾਡੇ 'ਤੇ ਪਿਛਲੀਆਂ ਦੇ ਪਏ ਆ, ਕਿਉਂ ਪਏ ਆ?
ਜਦੋਂ ਅਸੀਂ ਪ੍ਰਭੂ 'ਚ ਆ ਗਏ ਤੇ ਸਾਡੇ ਤਾਂ ਸਾਰੇ ਪਾਪ ਮਾਫ ਹੋ ਗਏ। ਕਹਿਣ ਨੂੰ ਤਾਂ ਇਹ ਕਿਹਾ ਜਾਂਦਾ ਹੈ। ਪ੍ਰਭੂ ਦੀ ਅਸੀਂ ਬੈਪਟਾਈਜ਼ ਹੋ ਗਏ, ਅਸੀਂ ਤੋਬਾ ਕਰ ਲਈ ਤੇ ਅਸੀਂ ਸੋਚਿਆ ਪਤਾ ਨਹੀਂ ਅਸੀਂ ਕਿਹੜੀ ਸਾਡੀ ਗੁੱਡੀ ਉੱਚੀ ਚੜ੍ਹ ਜਾਣੀ ਹੈ ਝੱਟ ਤੇ ਅਸੀਂ ਬੜਾ ਖਰੀ ਉਡਾਰੀਆਂ ਮਾਰਨ ਲੱਗ ਜਾਣਾ। ਇੱਦਾਂ ਨਹੀਂ ਹੁੰਦੀ। ਫਿਰ ਪਹਿਲੋਂ ਬੜਾ ਬੜਾ ਚਾਅ ਹੁੰਦਾ ਆ, ਫਿਰ ਹੋਰ ਤਰ੍ਹਾਂ ਦੇ ਹੋ ਜਾਂਦੇ ਆ। ਥੋੜ੍ਹੇ ਕੁ ਚਿਰ ਬਾਅਦ ਗੱਲ ਨਹੀਂ ਬਣੀ। ਕਿਉਂ ਨਹੀਂ ਬਣੀ? ਕਿਉਂਕਿ ਨਾਮ ਪਿਤਾ ਨੇ ਤੁਹਾਨੂੰ ਮੌਕਾ ਦੇ ਦਿੱਤਾ, ਆਪਣਾ ਪੀ ਬਣ ਗਿਆ, ਤੁਸੀਂ ਹੱਕਦਾਰ ਬਣ ਗਏ, ਤੁਸੀਂ ਉਹਦੀ ਗੋਦ 'ਚ ਹੋ ਕੇ ਬੱਚੇ ਜੰਮ ਪਏ ਤੇ ਪਿਤਾ ਸਾਡਾ ਪ੍ਰਭੂ ਯਿਸੂ ਮਸੀਹ ਬਣ ਗਿਆ। ਆਪਣੇ ਲਹੂ ਦੇ ਨਾਲ ਉਹਨੇ ਸਾਨੂੰ ਧੋਤਾ ਤੇ ਸਾਡੇ ਪਾਪਾਂ ਨੂੰ ਚੱਕਣ ਦੇ ਲਈ ਉਹ ਆ ਗਿਆ ਔਰ ਚੱਕੇ। ਪਰ ਜੇ ਅਸੀਂ ਪਾਪਾਂ ਆਪਣਿਆਂ ਨੂੰ ਲੁਕਾਉਣੋਂ ਹਟੀਏ ਹੀ ਨਾ ਤੇ ਅੱਗੋਂ ਹੋਰ ਵੀ ਬਣਾਈ ਜਾਈਏ ਤੇ ਧੋਣ ਵਾਲਾ ਆਪ ਕੋਈ ਕੰਮ ਹੀ ਨਾ ਕਰੀਏ, ਜੋ ਸਾਡੀਆਂ ਆਦਤਾਂ ਪਹਿਲੋਂ ਸੀ ਉਹੀ ਆਦਤਾਂ ਰੱਖੀਏ, ਪ੍ਰਭੂ 'ਚ ਆ ਕੇ ਵੀ ਅਸੀਂ ਉਹੀ ਆਦਤਾਂ ਰੱਖੀਏ ਤੇ ਸਾਡੇ ਪਾਪ ਕਿੱਦਾਂ ਮਾਫ ਹੋਣਗੇ? ਪਾਪ ਮਾਫ ਉਦੋਂ ਹੁੰਦੇ ਆ ਜਦੋਂ ਸਾਡੀਆਂ ਨਾਲ ਆਦਤਾਂ ਬਦਲਦੀਆਂ ਆ। ਫਿਰ ਕੁਛ ਸਰਾਫ ਐਸੇ ਆ ਜਿਹੜੇ ਬੱਜਰ ਸਰਾਫ ਹੁੰਦੇ ਆ, ਉਹ ਪਹਿਲੇ ਪਏ। ਜਿਸ ਤਰ੍ਹਾਂ ਤੁਹਾਨੂੰ ਹੌਲੀ ਹੌਲੀ ਸਾਰਾ ਕੁਝ ਦੱਸਿਆ ਜਾਊਗਾ, 1 by 1। ਇਸ ਵੇਲੇ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸਣਾ ਚਾਹੁੰਦੀ ਹਾਂ ਕਿ ਇੱਕ ਗੋਰਾ ਜਿਹਦਾ ਨਾਂ ਡੈਰਕ ਪ੍ਰਿੰਸ ਆ, ਡੈਰਕ ਪ੍ਰਿੰਸ ਮਿਨਿਸਟਰੀ, ਲਿਖ ਲਓ ਡੈਰਕ ਪ੍ਰਿੰਸ ਮਿਨਿਸਟਰੀ, DERRCKPRINCE ਮਿਨਿਸਟਰੀ, ਡੈਰਕ ਪ੍ਰਿੰਸ ਮਿਨਿਸਟਰੀ। ਇਹ ਪ੍ਰਭੂ ਦਾ ਦਾਸ ਇਸ ਵੇਲੇ ਧਰਤੀ ਤੇ ਨਹੀਂ ਹੈ, ਬਜ਼ੁਰਗ ਹੋ ਕੇ ਕਾਫੀ ਦੇਰ ਹੋ ਗਈ ਇਹ ਜਾ ਚੁੱਕਾ ਆ। ਪਰ ਇਹਦਾ ਬਚਨ ਆ ਕਿ ਇਹਨੇ ਇੰਨੀ ਜਨਤਾ ਨੂੰ ਬਖਸ਼ਿਸ਼ ਕੀਤੀ ਇਹਨਾਂ ਬਚਨਾਂ ਦੇ ਦੁਆਰਾ, ਇਹਦੇ ਥਰੂ ਪਰਮੇਸ਼ਰ ਨੇ ਕੀਤੀ, ਜਿਹਦਾ ਕੋਈ ਹੱਦ ਨਹੀਂ। ਇਹ ਜਿਹੜੇ ਬਚਨ ਅੱਜ ਆਪਾਂ ਸ਼ੁਰੂ ਉਹਦੇ ਕੋਲੋਂ ਸਿੱਖਿਆ ਲੈ ਕੇ ਉਹਦੀ ਵੀਡੀਓ ਤੋਂ ਕਰ ਰਹੇ ਹਾਂ, ਕਿਉਂਕਿ ਇਹ ਵੀਡੀਓ ਜਦੋਂ ਮੇਰੇ ਹੱਥ ਆਈਆਂ, ਦੋ ਪਹਿਲੋਂ ਇੰਗਲਿਸ਼ ਵਿੱਚ ਆਈਆਂ, ਫਿਰ ਉਹਨਾਂ ਦੇ ਬਾਰੇ 'ਚ ਪੰਜਾਬੀ ਵਿੱਚ ਜਾਂ ਹਿੰਦੀ ਵਿੱਚ ਮੈਂ ਟਰਾਂਸਲੇਟ ਕਰਨ ਲਈ ਬਹੁਤ ਪਾਸਟਰਾਂ ਦੀ ਸੰਗਤ ਮੰਗੀ, ਹੈਲਪ ਮੰਗੀ ਕਿ ਆਪਾਂ ਕੀ ਕਰ ਸਕਦੇ ਹਾਂ। ਸਭ ਨੇ ਕਿਹਾ ਨਾ ਭਾਈ ਇਹ ਬੜਾ ਔਖਾ ਕੰਮ ਆ, ਇਹ ਬਹੁਤ ਇਹ ਸੌਖਾ ਕੰਮ ਨਹੀਂ ਹੈਗਾ, ਇਹ ਤਾਂ ਬਹੁਤ ਮਿਹਨਤ ਦਾ ਕੰਮ ਆ, ਜੇ ਆ ਉਹ ਆ, ਜਿਹੜੀ ਕਿਸੇ ਨੇ ਸਾਥ ਨਾ ਦਿੱਤਾ। ਔਰ ਮੇਰੇ ਦਿਲ ਵਿੱਚ ਇਹੀ ਵਿਚਾਰ ਸੀ ਕਿ ਹੋਰਨਾਂ ਦਾ ਵੀ ਭਲਾ ਹੋ ਸਕੇ, ਹੋਰਨਾਂ ਦਾ ਵੀ ਭਲਾ ਹੋ ਸਕੇ, ਕਿ ਜਿਹੜੇ ਹਰ ਇੱਕ ਬੰਦਾ ਇੰਗਲਿਸ਼ ਨਹੀਂ ਜਾਣਦਾ। ਤੇ ਫਿਰ ਵੀ ਉਹ ਦੇਖੋ, ਮੇਰੇ ਮਨ ਵਿੱਚ ਪਰਮੇਸ਼ਰ ਨੇ ਵਿਚਾਰ ਪਾਈ ਕਿ ਕਲਿੱਕ ਕਰ ਹਿੰਦੀ ਵਿੱਚ ਪਾ ਕੇ ਵੀ ਹਿੰਦੀ 'ਚ ਕਿਤੇ ਮਿਲ ਜਾਏ ਕੁਛ ਇਹਦਾ। ਜਦੋਂ ਕਲਿੱਕ ਕੀਤੀ ਤੇ ਟਰਾਂਸਲੇਟਰ 2 ਵੀਡੀਓ ਜਿਹੜੀਆਂ ਸੀ, ਸਿਰਫ 2 ਨੰਬਰ ਪਾਰਟ 1 ਤੇ ਪਾਰਟ 2, ਇਹ 2 ਮੈਨੂੰ ਪਰਮੇਸ਼ਰ ਨੇ ਹਿੰਦੀ ਵਿੱਚ ਮੇਰੇ ਮੂਹਰੇ ਲਿਆ ਤੇ ਕਿਆ ਬਾਤ, ਕਿਆ ਬਾਤ। ਕਿਉਂਕਿ ਜਿਹੜੇ ਇਹ ਪਰਮੇਸ਼ਰ ਦੀ ਬਾਣੀ ਦੇ, ਕਿਉਂਕਿ ਪਰਮੇਸ਼ਰ ਕਹਿੰਦਾ ਜੀਵਨ ਦੀ ਰੋਟੀ ਮੈਂ ਹਾਂ, ਇਹ ਖਾਣੇ ਆ ਸਾਡੇ ਪਰਮੇਸ਼ਰ ਦਾ ਬਚਨ, ਜਿੱਥੋਂ ਸਾਨੂੰ ਸਵਾਦਲਾ ਭੋਜਨ ਤੇ ਚੰਗਾ ਭੋਜਨ, ਜਿਹੜਾ ਚੰਗੀ ਝੂਠ ਨਹੀਂ ਬੋਲਦਾ ਹਲਵਾਈ, ਚੰਗਾ ਭੋਜਨ ਬਣਾਉਂਦਾ ਆ। ਦੇਸੀ ਘੀ ਤੇ ਦੱਸਦਾ ਮੈਂ ਦੇਸੀ ਪਾਇਆ, ਪੁਰਾਣਾ ਤੇਲ ਪਾ ਕੇ ਬਿਮਾਰ ਨਹੀਂ ਕਰਦਾ। ਜਿਹੜਾ ਝੂਠ ਬੋਲ ਕੇ ਜ਼ਿਆਦਾ ਪੈਸੇ ਲੈ ਕੇ ਆਪਣੇ ਪੂਰੇ ਪੈਸੇ ਲਾ ਕੇ ਖਾਣੇ ਦੇ, ਤੇ ਖਾਣੇ ਵਾਲੇ ਕਹਿੰਦੇ ਅੱਜ ਫਲਾਣੇ ਥਾਂ ਵਿਆਹ ਤੇ ਗਏ ਸੀ, ਗਲੇ ਫੜੇ ਗਏ, ਆਹ ਹੋ ਗਿਆ, ਜੇ ਹੋ ਗਿਆ, ਕਿਉਂਕਿ ਹਲਵਾਈ ਦਾ ਤੇਲ ਮਾੜਾ ਸੀ, ਹਲਵਾਈ ਦਾ ਘੀ ਮਾੜਾ ਸੀ। ਤਾਂ ਠੱਗੀ ਚੱਲਦੀ ਆ ਬਹੁਤ ਜ਼ਿਆਦੀ। ਇਸ ਕਰਕੇ ਪਰਮੇਸ਼ਰ ਦੇ ਨਰੋਲ ਬਚਨ ਜਿਹੜੇ ਆ ਉਹ ਸਾਨੂੰ ਨੂੰ ਸਮਝਣੇ ਤੇ ਸਮਝਾਉਣੇ ਵੀ ਔਖੇ ਆ ਔਰ ਸਮਝਣੇ ਵੀ ਔਖੇ ਆ। ਆਖਣੇ ਔਖਾ ਸੱਚਾ ਨਾ, ਸੱਚੇ ਬਚਨ ਸਮਝਣੇ ਵੀ ਔਖੇ ਆ,
ਕਿਉਂਕਿ ਸਿਰ ਦੇ ਉੱਪਰ ਦੀ ਲੰਘ ਜਾਂਦੇ ਆ। ਤੇ ਸਮਝਾਉਣ ਲਈ ਵੀ ਕੋਈ ਭਾਗਾਂ ਵਾਲਾ ਹਿਰਦਾ ਪਰਮੇਸ਼ਰ ਜੀ ਨੂੰ ਚੁਣਦਾ ਆ ਕਿ ਕੋਈ ਸਮਝਾਵੇ ਵੀ, ਨਹੀਂ ਤਾਂ ਬਸ ਮੈਂ ਦੇ ਚੱਕਰ ਬਹੁਤ ਜ਼ਿਆਦੇ ਆ। ਦੇਖੋ, ਸਭ ਤੋਂ ਪਹਿਲਾਂ ਇਹਦਾ ਮੈਨੂੰ ਇੱਕ ਵੱਡਾ ਪਿਆਰਾ ਕਿਹੜਾ ਲੱਗਾ, ਡੈਰਕ ਪ੍ਰਿੰਸ ਮਿਨਿਸਟਰੀ। ਕੋਈ ਵਿਸ਼ਵ ਨਹੀਂ, ਕੋਈ ਪਾਸਟਰ ਨਹੀਂ, ਕੁਛ ਨਾਂ ਨਹੀਂ, ਕੋਈ ਅਵਿੰਜਲ ਨਹੀਂ, ਕੋਈ ਨਾਂ ਨਹੀਂ ਉਹਦੇ ਅੱਗੇ, ਕੋਈ ਮੋਹਰ ਨਾਲ ਨਹੀਂ ਲਾਈ ਹੋਈ। ਡੈਰਕ ਪ੍ਰਿੰਸ ਮਿਨਿਸਟਰੀ ਕੱਢੋ, ਡੈਰਕ ਪਾਓ, ਪ੍ਰਿੰਸ ਪਾਓ, ਤੇ ਤੁਹਾਡੇ ਅੱਗੇ ਉਹਦੀਆਂ ਵੀਡੀਓਜ਼ ਆ ਜਾਣਗੀਆਂ। ਤੁਸੀਂ ਉਹਨਾਂ ਨੂੰ ਸੁਣੋ। ਪਹਿਲਾਂ ਮੈਂ ਤੁਹਾਨੂੰ ਇਹ ਪ੍ਰਾਰਥਨਾ ਕਰਦੀ ਹਾਂ, ਬੇਨਤੀ ਕਰਦੀ ਹਾਂ ਪ੍ਰਾਰਥਨਾ ਦੇ ਵਿੱਚ, ਭਈ ਜੇ ਤੁਸੀਂ ਡੈਰਕ ਪ੍ਰਿੰਸ ਨੂੰ ਸੁਣੋ ਕਿ ਜਿਹੜੀਆਂ ਕਰਸ ਦੇ ਬਾਰੇ 'ਚ ਆ, ਇਹ ਲਿਖ ਦਿਓ, ਕਰਸ, ਜਿਹੜੀਆਂ ਕਰਸ ਉਤਰਦੇ ਆ, ਸਰਾਪ, ਉਹ ਸਾਨੂੰ ਚਾਹੀਦੀਆਂ ਆ। ਅਤੇ ਉਹ ਇੰਗਲਿਸ਼ ਦੇ ਵਿੱਚ ਬਥੇਰੀਆਂ ਹੋਣਗੀਆਂ, ਪਰ ਹਿੰਦੀ ਵਿੱਚ ਲਿਖ ਦਿਓ ਅਤੇ ਤੁਹਾਨੂੰ 2 ਆ ਜਾਣਗੀਆਂ। ਇਹ ਮੈਂ ਸੁਨੇਹਾ ਪਰਮੇਸ਼ਰ ਦੀ ਮਿਹਰ ਨਾਲ ਤੁਹਾਨੂੰ ਦੇਣ ਜਾ ਰਹੀ ਹਾਂ। ਜ਼ਰੂਰੀ ਨਹੀਂ ਕਿ ਤੁਸੀਂ ਬੀਬੀ ਦੇ ਬਚਨਾਂ ਨੂੰ ਸੁਣੋ, ਚੰਗੇ ਲੱਗਣ ਤੇ ਜ਼ਰੂਰ ਸੁਣੋ, ਤਦੇ ਵੰਡੇ ਜਾ ਰਹੇ ਆ। ਇਹਨਾਂ ਵਿੱਚੋਂ ਕੁਛ ਮਾੜਾ ਨਹੀਂ ਵੰਡਿਆ ਜਾ ਰਿਹਾ, ਵਾਧੂ, ਕਿਉਂਕਿ ਇਹਨਾਂ ਨੂੰ ਹੀ ਅੱਗੇ ਲਿਆਉਣਾ ਆ। ਵਾਰ-ਵਾਰ ਇਹਨਾਂ ਦੀ ਖੋਜ ਲੰਬੀ ਚੌੜੀ ਆ, ਛੋਟੀ ਨਹੀਂ ਗੀ। ਤੇ ਪਰ ਇਹ ਗੱਲ ਆ ਵੀ ਮੈਂ ਕਈਆਂ ਨੂੰ ਭੇਜੀ ਆ ਇਹ ਵੀਡੀਓ, ਪਰ ਉਹਨਾਂ ਨੂੰ ਸਮਝਣਾ ਔਖਾ ਹੋਇਆ, ਕਿਉਂਕਿ ਪਰਮੇਸ਼ਰ ਹੀ ਤੀਖਣ ਬੁੱਧੀ ਦਿੰਦਾ ਆ, ਤਾਂ ਇਹਦੀ ਸਮਝ ਬਹੁਤ ਛੇਤੀ ਪੈਂਦੀ ਆ ਕਿ ਕਿੱਦਾਂ ਕਰਨਾ ਆ। ਹੁਣ ਜਿਨ੍ਹਾਂ ਨੂੰ ਤਾਂ ਸਮਝਾ ਕੇ ਫੋਨ ਦੇ ਉੱਤੇ ਗੱਲ ਕੀਤੀ ਆ, ਉਹਨਾਂ ਨੂੰ ਤਾਂ ਪੈ ਗਏ ਉਸ ਲਈ ਮੋੜੇ, ਭਾਵੇਂ ਉਹਨਾਂ ਨੂੰ 20-20 ਸਾਲ ਪਰਮੇਸ਼ਰ 'ਚ ਆਇਆਂ ਨੂੰ ਹੋਏ ਸੀ, ਪਰ ਹਾਲਤ ਉਹੋ ਹੀ ਸੀ। ਕਿਉਂਕਿ ਬਹੁਤ ਗੱਲਾਂ ਜਿਹੜੀਆਂ ਅਸੀਂ ਪਰਮੇਸ਼ਰ ਤੋਂ ਤੋਬਾ ਕਰਕੇ, ਬੈਪਟਾਈਜ਼ ਹੋ ਕੇ, ਸਭ ਕੁਛ ਚੰਗੇ ਕੰਮ ਕਰਕੇ ਵੀ ਬਹੁਤ ਗੱਲਾਂ ਅਸੀਂ ਇੰਨੀਆਂ ਅੰਗੇਸਟ ਕਰੀ ਜਾਂਦੇ ਹਾਂ, ਜਿਨ੍ਹਾਂ ਦੇ ਨਾਲ ਅਸੀਂ ਆਪਣੇ ਆਪ ਦੇ ਉੱਤੇ ਕਰਸ ਪਾਈ ਜਾਂਦੇ ਹਾਂ। ਅਤੇ ਪ੍ਰਭੂ ਦੀ ਬਾਣੀ ਵਿੱਚ ਲਿਖਿਆ, ਬਚਨ 'ਚ ਲਿਖਿਆ ਕਿ ਜੇ ਤੂੰ ਆਪਣੇ ਆਪ 'ਤੇ ਕਰਸ ਪਾਉਣੋਂ ਨਹੀਂ ਹਟੇਗਾ ਅਤੇ ਤੇਰੇ ਪਿਛਲੇ ਜਿਹੜੇ ਤਾਂ ਮਾਫ ਕਰਦੇ, ਪਰ ਗਾਂਹ ਦੇ ਤੂੰ ਹੋਰ ਇਕੱਠੇ ਕਰੀ ਜਾਂਦਾ। ਅਤੇ ਨਾਲੇ ਤੂੰ ਜਿੱਦਾਂ ਪ੍ਰਭੂ ਦੇ ਵਿੱਚ ਕੰਮ ਕਰਨੇ ਸੀ, ਤੇਰੇ ਵੱਡੇ ਵਡੇਰਿਆਂ ਵਾਲੇ ਜਿਹੜੇ ਕਰਸ ਤੇਰੇ ਉੱਤੇ ਧੋਤੇ ਜਾਣੇ ਸੀ, ਨਾਲ ਸਭ ਧੋਤੇ ਜਾਣੇ ਸੀ, ਕਿਸੇ ਨੇ ਕੰਮ ਨਹੀਂ ਸੀ ਕਰਨਾ ਤੇਰੇ 'ਤੇ ਮਾੜਾ, ਪਰ ਉਹ ਵੀ ਖੜੇ। ਕਈਆਂ ਦੇ ਭਾਗਾਂ ਦੇ ਵਿੱਚ ਤਾਂ ਬਹੁਤ ਆ, ਅਤੇ ਕਈਆਂ ਦੇ ਭਾਗਾਂ 'ਚ ਤੁਸੀਂ ਦੇਖਿਆ ਕਿ ਕੋਈ ਬੰਦਾ ਨਵਾਂ ਪ੍ਰਭੂ ਦੇ ਵਿੱਚ ਆਇਆ, ਉਹ ਕਿੰਨੀਆਂ ਹੀ ਉਹਦੀਆਂ ਮਤਲਬ ਕਿ ਟੈਸਟਮਨੀਆਂ ਖੁਸ਼ੀ ਦੀਆਂ ਹੋ ਜਾਂਦੀਆਂ, ਅਤੇ ਕੋਈ ਨਵਾਂ ਆਇਆ ਤਾਂ ਪਹਿਲਾਂ ਨਾਲੋਂ ਵੀ ਦੁਖੀ ਹੋ ਜਾਂਦਾ। ਉਹ ਕਹਿੰਦਾ ਨਾ ਉਹ ਭਰਾਵਾ, ਮੈਂ ਤਾਂ ਗਿਆ ਸੀਗਾ ਚਰਚ, ਮੈਂ ਤਾਂ ਅੱਗੇ ਤੋਂ ਵੀ ਦੁਖੀ ਹੋ ਗਿਆ, ਕਿਉਂਕਿ ਗਿਆ ਸੀ ਆਪਣੇ ਦੁੱਖ ਲਈ ਗਿਆ ਸੀ। ਆਉਂਦੇ ਤਾਂ ਸਾਰੇ ਦੁੱਖ ਲਈ ਆ, ਪ੍ਰਭੂ ਨੂੰ ਭਾਲਣ ਤਾਂ ਕੋਈ ਭਾਗਾਂ ਵਾਲਾ ਹੀ ਆਊਗਾ, ਦੁੱਖ ਲਈ ਆਉਂਦੇ ਨਾ। ਅਤੇ ਜਿਨ੍ਹਾਂ ਨੂੰ ਤਾਂ ਇੱਕਦਮ ਸੁੱਖ ਮਿਲ ਗਿਆ ਕਿਉਂਕਿ ਉਹਨਾਂ ਦੇ ਪਿਛਲੇ ਕਰਸ ਨਹੀਂ ਸੀਗੇ, ਅਤੇ ਉਹ ਤਾਂ ਇੱਕਦਮ ਟੈਸਟਮਨੀਆਂ ਦੇ ਟੈਸਟਮਨੀਆਂ ਆਵੇ, ਮੈਨੂੰ ਇਹ ਵੀ ਹੋ ਗਿਆ, ਮੇਰੇ ਘਰ ਆ ਵੀ ਵਾਧੂ ਹੋਇਆ, ਮੇਰੇ ਘਰ। ਅਤੇ ਕੁਛ ਐਸੇ ਆ ਜਿਨ੍ਹਾਂ ਨੂੰ ਪ੍ਰਭੂ ਦੇ ਵਿੱਚ ਜਾ ਕੇ ਉਦੋਂ ਵੀ ਜ਼ਿਆਦਾ ਤੰਗ ਹੋ ਗਏ, ਉਹਨਾਂ ਦੇ ਜ਼ਿਆਦਾ ਕਰਸ ਸੀਗੇ, ਔਰ ਜ਼ਿਆਦਾ ਉਹਨਾਂ ਦੇ ਕਰਸਾਂ ਦਾ ਗਮਜਲ ਬਹੁਤ ਜ਼ਿਆਦਾ ਸੀਗਾ, ਜਿਹੜਾ ਉਹ ਕਿਸੇ ਨੂੰ ਘਰੋਂ ਕੱਢੋ ਅਤੇ ਕਿੰਨਾ ਕਿਰਾਏਦਾਰ ਦੁਖੀ ਕਰਦਾ ਆ, ਇਸੇ ਤਰ੍ਹਾਂ ਹੀ ਉਹ ਬਹੁਤਾ ਦੁਖੀ ਕਰਨ ਲੱਗ ਪੈਂਦੇ ਆ। ਅਤੇ ਸਮਝੌਤਾ ਉਹਦੇ 'ਤੇ ਜਿਹੜਾ ਜ਼ਰੂਰੀ ਸੀ, ਪਹਿਲਾਂ ਜ਼ਰੂਰੀ ਸੀ, ਸਾਡਾ ਫਰਜ਼ ਸੀ ਕਿ ਇਹ ਚੀਜ਼ਾਂ ਤੋਂ ਇਹ ਭੱਜੇ ਨਾ, ਵਿਚਾਰਾ ਡਰ ਨਾ ਜਾਵੇ, ਕਿਉਂਕਿ ਆਹ ਹੋਣੀਆਂ ਆ, ਇਹ ਪਹਿਲੋਂ ਹੀ ਦੱਸਿਆ ਜਾਵੇ। ਹਰ ਚੀਜ਼ ਬੈਪਟਾਈਜ਼ ਕਰਨ ਤੋਂ, ਤੋਬਾ ਕਰਨ ਤੋਂ ਪਹਿਲਾਂ ਹੀ ਸਮਝਾਇਆ ਜਾਵੇ, ਅਤੇ ਅਗਲਾ ਹੁਸ਼ਿਆਰ ਹੋ ਜਾਂਦਾ ਆ ਕਿ ਹਾਂ ਇਹ ਗੱਲਾਂ ਹੋਣੀਆਂ ਆ, ਅਤੇ ਇਹ ਟਲਣੀਆਂ ਕਿੱਦਾਂ ਆ, ਇਹ ਵੀ ਪਹਿਲਾਂ ਸਮਝਾਇਆ ਜਾਵੇ। ਟਲਣੀਆਂ ਕਿੱਦਾਂ, ਇਹ ਵੀ ਸਮਝਾਇਆ ਜਾਵੇ, ਤਾਂ ਕਿ ਉਹ ਬਹੁਤ ਆਸਾਨੀ ਹੋ ਜਾਵੇ, ਛੇਤੀ ਉਹਨੂੰ ਘਬਰਾਹਟ ਨਾ ਆਵੇ, ਉਹ ਪ੍ਰਭੂ ਦੇ ਦਰ 'ਤੇ ਆਇਆ ਮੁੜ ਕੇ ਟੁੱਟ ਨਾ ਜਾਵੇ। ਬਹੁਤ ਜਨਤਾ ਜਿਹੜੀ ਆ ਕੇ ਟੁੱਟ ਜਾਂਦੀ ਆ, ਕਹਿੰਦੇ ਅਸੀਂ ਗਏ ਸੀ, ਅਸੀਂ ਤਾਂ ਹਟ ਗਏ, ਨਾ ਭਾਈ ਅਸੀਂ ਤਾਂ ਹਟ ਗਏ। ਉਹ ਇਹੋ ਜਿਹੀਆਂ ਗੱਲਾਂ ਕਰਦੇ ਸੁਣੇ ਆ, ਪਰ ਕਾਰਨ ਇਹ ਆ, ਇਹ ਸਾਡੇ ਪਿਛੋਕੜ ਦੇ ਕਰਮ ਸਾਨੂੰ ਨਹੀਂ ਪਤਾ, ਕਿੱਦਾਂ ਦੇ ਹਰ ਇੱਕ ਦੇ ਆਪੋ ਆਪਣੇ ਵੱਡੇ ਵਡੇਰਿਆਂ ਦੇ ਅਨੁਸਾਰ, ਉਹ ਸਾਡੇ ਆਪਣੇ ਅਨੁਸਾਰ ਚੱਲਦੇ ਆ। ਪ੍ਰਭੂ ਨੇ ਤਾਂ ਬਖਸ਼ਿਸ਼ ਦਿੱਤੀ ਕਰ, ਰਾਹ ਵੀ ਦਿੱਤਾ 10, ਖੂਨ ਵੀ ਇੰਨਾ ਸਾਨੂੰ ਦੇਤਾ ਕਿ ਰੋਜ਼ ਨਹਾ,
ਇਹਨਾਂ ਕਰਸਾਂ ਤੋਂ ਬਚਣ ਲਈ, ਇਹਨਾਂ ਪਾਪਾਂ ਤੋਂ ਬਚਣ ਲਈ। ਜਿੱਦਾਂ ਅਸੀਂ ਰੋਜ਼ ਇਸ਼ਨਾਨ ਕਰਦੇ ਹਾਂ, ਰੋਜ਼ ਖਾਣਾ ਖਾਂਦੇ ਹਾਂ, ਇਹ ਵੀ ਸਾਨੂੰ ਰੋਜ਼, ਇਹਦੇ ਵਿੱਚ ਵੀ ਸਾਨੂੰ ਰੋਜ਼ ਇਸ਼ਨਾਨ ਪ੍ਰਭੂ ਦੇ ਖੂਨ 'ਚ, ਪ੍ਰਭੂ ਦੇ ਪ੍ਰੇਮ 'ਚ, ਪ੍ਰਭੂ ਦੀ ਨਿਸ਼ਚਾ 'ਚ ਰੋਜ਼ ਕਰਨਾ ਪੈਣਾ ਆ। ਜੀਵਨ ਦੀ ਰੋਟੀ ਮੈਂ ਹਾਂ, ਰੋਜ਼ ਬਚਨ ਪੜ੍ਹ ਕੇ ਉਹਦੇ 'ਤੇ ਚੱਲਣਾ ਪੈਣਾ ਆ। ਇਹ ਨਹੀਂ ਜੀ ਤੋਬਾ ਕਰ ਲਈ ਤਾਂ ਬਸ ਜੀ ਅਸੀਂ ਤਾਂ ਰੱਬ ਵਾਲੇ, ਅਸੀਂ ਤਾਂ ਪ੍ਰਭੂ ਵਾਲੇ ਹੋ ਗਏ। ਹਾਂ, ਅਸੀਂ ਤਾਂ ਜਨਮ ਤੋਂ ਹੀ ਕ੍ਰਿਸਚਨ ਹਾਂ ਜੀ। ਲਓ, ਇੱਦਾਂ ਮੋਹਰ ਲੱਗਣ ਦੇ ਨਾਲ ਕ੍ਰਿਸਚਨ ਦੀ ਨਾ, ਕ੍ਰਿਸਚਨ ਤੇ ਕ੍ਰਿਸਚਨ ਦਾ ਤਾਂ ਕੋਈ ਮਤਲਬ ਹੀ ਨਹੀਂ। ਉਹ ਤਾਂ ਇੱਕ ਕਰਿਸ਼ਮਾ ਆ। ਪ੍ਰਭੂ ਨੇ ਤਾਂ ਕਿਤੇ ਗੁਰਬਾਣੀ, ਆਪਣੀ ਬਾਣੀ ਵਿੱਚ ਇੱਦਾਂ ਦੀ ਗੱਲ ਹੀ ਨਹੀਂ ਕੀਤੀ। ਉਹਨੇ ਤਾਂ ਕਿਹਾ ਧਰਮ ਦੀ ਗੱਲ ਹੀ ਕੋਈ ਹੈ ਨਹੀਂ ਗੀ। ਤੇ ਇੱਥੇ 30 ਮਿੰਟ ਹੋ ਗਏ, ਆਪਾਂ ਨੂੰ ਸੱਚਾਈ, ਪਹਿਲਾਂ ਸੱਚਾਈ ਪੇਸ਼ ਕਰਨੀ ਪੈਣੀ ਹੈ ਤਾਂ ਕਿ ਤੁਹਾਡੇ ਖਾਨੇ ਸੁਣ ਰੋਤਿਆਂ ਦੇ ਦਿਮਾਗ ਦੇ ਵਿੱਚ ਗੱਲ ਪਵੇ। ਅੱਛਾ ਜੀ, ਸਭ ਤੋਂ ਪਹਿਲਾਂ ਤਾਂ ਇਹ ਕਿਹਾ ਵੀ ਡੈਰਕ ਪ੍ਰਿੰਸ ਮਨਿਸਟਰੀ, ਮੈਂ ਸਪੈਲਿੰਗ ਲਿਖਾ ਦਿੱਤੇ ਆ। ਮੂਹਰੇ ਕੋਈ ਪਾਸਟਰ ਨਹੀਂ, ਮੂਹਰੇ ਕੋਈ ਵਿਸ਼ਵ ਨਹੀਂ, ਮੂਹਰੇ ਕੋਈ ਐਵੈਂਜਲ ਨਹੀਂ, ਮੂਹਰੇ ਕੋਈ ਕੁਛ ਵੀ ਨਹੀਂ। ਜਿਵੇਂ ਅੱਜ ਕੱਲ੍ਹ ਦੇ ਬਸ ਮਤਲਬ ਕਿ ਜਿਸ ਤਰ੍ਹਾਂ ਅੱਜ ਆਪਾਂ ਕਹਿੰਦੇ ਪਤਰਸ, ਕਦੀ ਨਹੀਂ ਕਹਿੰਦੇ ਪਾਸਟਰ ਪਤਰਸ, ਕਦੀ ਨਹੀਂ ਕਹਿੰਦੇ ਫਲਾਨਾ ਧਮਕੜਾ। ਆ ਹੁਣ ਤਾਂ ਵੱਡੇ ਵੱਡੇ ਨਾਂ ਬੜੇ ਆਉਣ ਲੱਗ ਪਏ। ਪਰਮੇਸ਼ਰ ਸਭ ਦੇ ਉੱਤੇ ਦਇਆ ਕਰੇ, ਉਹਨਾਂ ਨਾਵਾਂ ਨੂੰ ਚਾਰ ਚੰਨ ਲਾਉਣ। ਪਰਮੇਸ਼ਰ ਇੰਨੀ ਮਿਹਰ ਕਰੇ ਸਭ ਦੇ ਉੱਤੇ। ਖੁਸ਼ੀ ਆ ਆਪੋ ਆਪਣੀ, ਪਰ ਉਹਨੇ ਨਹੀਂ ਲਾਇਆ। ਇਹ ਉਹਦੀ ਬਹੁਤ ਹਲੀਮੀ ਔਰ ਬਹੁਤ ਨਿਰਮਤਾ ਮੈਨੂੰ ਚੰਗੀ ਲੱਗੀ। ਪਰ ਜਦੋਂ ਇਹ ਮੇਰੇ ਦੋਏ ਹੱਥ ਵਿੱਚ ਆਈਆਂ, ਜਿਨ੍ਹਾਂ ਨੂੰ ਸਮਝਾਉਣਾ ਪਿਆ ਬੋਲ ਬੋਲ ਕੇ, ਉਹਨਾਂ ਦੇ ਘਰਾਂ ਦੇ ਵਿੱਚ ਮੋੜੇ ਪੈ ਗਏ। ਹਾਲਾਂ ਜਿਨ੍ਹਾਂ ਨੂੰ ਉਹ ਵੀਡੀਓ ਭੇਜ ਦਿੱਤੀਆਂ, ਉਹਨਾਂ ਦੇ ਨਹੀਂ, ਕਿਉਂਕਿ ਉਹ ਸਮਝ ਜਿਹੜੀ ਆ ਕਿਸ ਤਰ੍ਹਾਂ ਕਰਨਾ ਆ, ਉਹ ਨਹੀਂ ਗੱਲ ਬਣੀ। ਇਸ ਕਰਕੇ ਸਭ ਨੇ ਮੰਗ ਕੀਤੀ ਬਹੁਤ ਜ਼ਿਆਦਾ ਇਹਦੀ ਵੀ ਪਲੀਜ਼ ਤੁਸੀਂ ਇਹ ਸਾਨੂੰ ਵੀਡੀਓ ਬਣਾ ਕੇ ਤਾਂ ਸਾਨੂੰ ਸੈਂਡ ਕਰੋ। ਪਰ ਵੀਡੀਓ ਇਹਦਾ ਬੜਾ ਲੰਬਾ ਚੌੜਾ, ਜਦੋਂ ਮੈਨੂੰ ਕਿਤੋਂ ਹੈਲਪ ਨਾ ਮਿਲੀ ਕਿਸੇ ਤਰ੍ਹਾਂ ਵੀ, ਤੇ ਕਿ ਮੈਂ ਕਿਹਾ ਵੀ ਕਿਸ ਤਰ੍ਹਾਂ ਕੀਤਾ ਜਾਵੇ, ਵੀ ਇਹਦੀਆਂ ਕਿਸ ਤਰ੍ਹਾਂ ਬੁੱਕ ਬਣਾਈ ਜਾਵੇ ਜਾਂ ਵੀਡੀਓ ਬਣਾਈਆਂ ਜਾਣ, ਕੁਛ ਤਾਂ ਹੋਵੇ। ਉਹ ਕਹਿੰਦੇ ਬਈ ਬਹੁਤ ਪੈਸਾ ਲੱਗੂਗਾ ਜੇ ਉਹ। ਫਿਰ ਮੈਨੂੰ ਯਾਦ ਆਈ ਕਿ ਮੈਂ ਪਹਿਲੀ ਉਮਰ ਦੇ ਵਿੱਚ ਜੈਸੀ ਕਰਨੀ ਵੈਸੀ ਭਰਨੀ ਗੁਰਬਾਣੀ ਦੇ ਵਿੱਚ ਫਿਲਮ ਬਣਾਈ ਸੀ। ਫਿਲਮ ਨਹੀਂ, ਜਿਵੇਂ ਡਰਾਮਾ ਟਾਈਪ, ਜਦੋਂ ਮੈਂ ਜਵਾਨ ਸੀ। ਤੇ ਬੜੀ ਇੱਕ ਭਿਆਨਕ ਚੀਜ਼ ਬਣੀ ਹੋਈ ਆ, ਡਰਾਉਣੀ ਵੀ ਆ ਤੇ ਨਰਕਾਂ ਨੂੰ ਦਰਸਾਉਂਦੀ ਆ ਕਿ ਨਰਕਾਂ ਦੇ ਵਿੱਚੋਂ ਬਚਣ ਦੇ ਲਈ ਤੁਹਾਨੂੰ ਕੀ ਕਰਨਾ ਪੈਣਾ। ਉਹ ਵੀ ਆਹੀ ਚੀਜ਼ ਹੈ ਜਿਹੜੀ ਹੁਣ ਦੱਸਣ ਜਾ ਰਹੇ, ਤਕਰੀਬਨ ਰਲਦੀ ਮਿਲਦੀ ਆ। ਤੇ ਉਹਦੀ ਆਪਾਂ ਫਿਰ ਕਿਤੇ ਗੱਲ ਕਰਾਂਗੇ। ਪਰ ਇਸੇ ਤਰ੍ਹਾਂ ਫਿਰ ਮੇਰੇ ਦਿਮਾਗ 'ਚ ਆਈ, ਜੇ ਮੈਂ ਉਹ ਫਿਲਮ ਪਰਮੇਸ਼ਰ ਮੇਰੇ ਤੋਂ ਬਣਵਾ ਸਕਦਾ ਤੇ ਇਹਨੂੰ ਤਿਆਰ ਕਿਉਂ ਨਹੀਂ ਕਰਵਾ ਸਕਦਾ। ਜਵਾਨੀ ਬਾਰੇ 'ਚ ਫਿਲਮ ਬਣਵਾਈ ਸੀ, ਉਹ ਮੇਨ ਇੱਕ ਨੂੰ ਉਹ ਬਣਾਈ ਸੀਗੀ, ਡਰਾਮਾ ਟਾਈਪ ਬਣਾਇਆ ਸੀਗਾ। ਤੇ ਇਹਨੂੰ ਤਿਆਰ ਕਿਉਂ ਨਹੀਂ ਕਰਾ ਸਕਦਾ ਇਹ ਤਿਆਰ, ਭਾਵੇਂ ਕਿੰਨਾ ਪੈਸਾ ਲੱਗੇ। ਤੇ ਜਦੋਂ ਇਹ ਗੱਲ ਸੋਚੀ ਤਾਂ ਮੇਰੇ 2 ਵੀਡੀਓ ਹਿੰਦੀ ਦੀਆਂ ਹੱਥ 'ਚ ਆ ਗਈ। ਫਿਰ ਮੈਂ ਜਿਹੜੇ ਪਾਸਟਰਾਂ ਨੇ ਮੈਨੂੰ ਨੋ ਕਰ ਦਿੱਤੀ ਸੀ ਵੀ ਸਾਡੇ ਨਹੀਂ ਵਸਦਾ ਰੋਗ, ਸਾਤੋਂ ਤਾਂ ਨਹੀਂ ਇਹ ਕੰਮ ਕਰ ਹੋਣਾ ਜਾਂ ਹਾਰਡ ਆ ਸਾਡੀ। ਪਰ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਮੈਨੂੰ 2 ਤਾਂ ਹਿੰਦੀ ਦੀਆਂ ਮੇਰੇ ਹੱਥ 'ਚ ਆ ਗਈਆਂ, ਮੈਨੂੰ ਬੜੀ ਖੁਸ਼ੀ ਹੋਈ ਆ। ਅਤੇ ਇਹਨਾਂ ਨੂੰ ਹੁਣ ਮੈਂ ਵੰਡਾਂ। ਪਰ ਜਿਨ੍ਹਾਂ ਨੂੰ ਵੰਡੀਆਂ ਕੋਈ ਖਾਸ ਹੈਲਪ ਨਾ ਮਿਲੀ। ਫਿਰ ਉਹਨਾਂ ਨੂੰ ਆਪ ਸਮਝਾਇਆ, ਕਿਉਂਕਿ ਸਮਝਣ ਦੇ ਲਈ ਵੀ ਬਹੁਤ ਜ਼ਰੂਰੀ ਹੈ। ਪਰ ਸਮਝ ਨਹੀਂ ਆਉਂਦੀ, ਉਹ ਵੀ ਭਾਗਾਂ ਵਾਲੇ ਹਿਰਦੇ ਜਿਹੜੇ ਹੁਣ ਜਿਹੜੇ ਡੈਰਕ ਪ੍ਰਿੰਸ ਨੂੰ ਕੱਢ ਕੇ ਤੇ ਆਪੇ ਹੀ ਸਮਝ ਜਾਣਗੇ। ਤੇ ਉਹ ਬਹੁਤ ਹੀ ਧੰਨ ਭਾਗ ਉਹਨਾਂ ਦੇ ਹੋਣਗੇ। ਬਹੁਤ ਪ੍ਰੇਮ ਦੀ ਬੁੱਧੀ, ਡੂੰਘੀ ਬੁੱਧੀ ਹੋਊਗੀ ਪਰਮੇਸ਼ਰ ਦੇ ਪ੍ਰੇਮ 'ਚ, ਤੇ ਉਹਨਾਂ ਨੂੰ ਸਮਝ ਆ ਜਾਊਗੀ। ਨਹੀਂ ਤੇ ਫਿਰ ਆਪਾਂ ਹੁਣ ਤਿਆਰ ਕਰਨ ਜਾ ਰਹੇ ਹਾਂ। ਤੇ ਜਿਨ੍ਹਾਂ ਨੂੰ ਰਾਈਟ ਵੇ ਕੱਢਣੀ ਆ, ਉਹ ਕੱਢ ਕੇ ਉਹਦੀ ਸਟੱਡੀ ਕਰਨੀ ਨਾਲ ਸ਼ੁਰੂ ਫੇਰ ਹੀ ਕਰਨ। ਜ਼ਰੂਰੀ ਨਹੀਂ ਕਿ ਮਤਲਬ ਕਿ ਆ ਮੈਂ ਜੋ ਪ੍ਰਭੂ ਸੁਣਾ ਰਿਹਾ, ਗਾਂ ਤੋਂ ਗਾਂ ਆਪਾਂ ਨੂੰ ਜੋ ਵੀ ਸੁਣਾਈ ਜਾਊਗਾ ਉਹਦੇ ਬਚਨਾਂ ਦੁਆਰਾ, ਬਾਣੀ ਦੇ ਦੁਆਰਾ, ਪਰਮੇਸ਼ਰ ਦੇ ਦੁਆਰਾ ਆਈ ਜਾਣਗੇ ਬਚਨ। ਪਰ ਨਾਲ ਨਾਲ ਤੁਸੀਂ ਫਿਰ ਜਦੋਂ ਉਹਨੂੰ ਕੀਤਾ ਹੋਊਗਾ ਨਾ, ਆਪਣੀਆਂ ਅੱਖਾਂ ਵਿੱਚ ਦੀ, ਨਿਗਾਹ ਵਿੱਚ ਦੀ ਪੜ੍ਹਿਆ ਹੋ, ਤੁਹਾਨੂੰ ਹੋਰ ਗਿਆਨ ਹੋਊਗਾ। ਫਿਰ ਮੇਰੀ ਇਹੋ ਮੰਗ ਆ ਕਿ ਤੁਸੀਂ ਇੰਨੇ ਤਕੜੇ ਇੱਕ ਕਿਸਮ ਦੇ, ਜਿਸ ਤਰ੍ਹਾਂ ਇਹ ਬੀਬੀ ਤੁਹਾਨੂੰ ਆਹ ਜਿਹੜਾ ਸਰੀਰ ਹੈ ਸੁਣਾ ਰਿਹਾ ਆ, ਇਹਦੇ ਨਾਲੋਂ ਵੀ ਗਿਆਨ ਕਈ ਗੁਣੇ ਤੁਹਾਡੇ ਵਿੱਚ ਜ਼ਿਆਦਾ ਪੈਦਾ ਹੋ ਜਾਵੇ। ਜਿਸ ਤਰ੍ਹਾਂ ਊੜਾ ਐੜਾ ਟੀਚਰ ਤੋਂ ਪੜ੍ਹ ਕੇ ਛੋਟੀ ਕਲਾਸ 'ਚੋਂ ਤੇ ਕਿੱਥੇ ਤੱਕ ਪਹੁੰਚ ਜਾਂਦਾ ਆ, ਇਹ ਥੋੜ੍ਹੇ ਜਿਹੇ ਨੂੰ ਊੜੇ ਐੜੇ ਦੇ ਹਿਸਾਬ ਨਾਲ ਸਿੱਖ ਕੇ ਤੁਸੀਂ ਕਿੱਥੇ ਪਹੁੰਚ ਸਕਦੇ ਆ। ਇਹ ਮੇਰੀ ਬੇਨਤੀ ਆ। ਇਹ ਮੈਨੂੰ ਖੁਸ਼ੀ ਹੋ ਗਈ। ਔਰ ਅੱਧਾ ਘੰਟਾ ਹੋ ਗਿਆ, ਆਪਾਂ ਦੂਸਰੀ ਸ਼ੁਰੂ ਕਰਦੇ ਹਾਂ। ਇਸੇ ਨੂੰ ਇਹ ਨੰਬਰ 1
ਇਹਨੂੰ ਕਿਹਾ ਜਾਂਦਾ ਇਹ ਨੰਬਰ 1 ਪਾਰਟ। ਨੰਬਰ 1 ਪਾਰਟ ਤੋਂ ਹੁਣ ਸ਼ੁਰੂ ਹੋਊਗਾ ਨੰਬਰ 2 ਪਾਰਟ।